ਵੈਲਕਮ ਡੀਅਰ ਸਟੂਡੈਂਟਸ। ਮੈਂ ਸੀਮਾ ਵਰਮਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਤੁਹਾਡਾ ਸਵਾਗਤ ਕਰਦੀ ਹਾਂ। ਅਸੀਂ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 10 ਕਰ ਰਹੇ ਸੀ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ, ਜਿਸ ਵਿੱਚ ਅਸੀਂ ਭਾਰਤੀ ਸੰਵਿਧਾਨ ਕਿਵੇਂ ਬਣਿਆ, ਉਸ ਦੀ ਪ੍ਰਸਤਾਵਨਾ ਦੇ ਵਿੱਚ ਕਿਹੜੇ ਮਹੱਤਵਪੂਰਨ ਸ਼ਬਦਾਂ ਦੀ ਵਰਤੋਂ ਹੋਈ, ਉਸ ਦੀ ਵਿਸ਼ੇਸ਼ਤਾਵਾਂ ਆਦਿ ਸਭ ਕਰ ਚੁੱਕੇ ਹਾਂ। ਅੱਜ ਦੇ ਇਸ ਲੈਕਚਰ 'ਤੇ ਬੇਟਾ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰ। ਸਾਡੇ ਸੰਵਿਧਾਨ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਵੀ ਮਿਲੇ ਹਨ। ਭਾਰਤੀ ਨਾਗਰਿਕਾਂ ਨੂੰ ਕੁਝ ਅਧਿਕਾਰ ਮਿਲੇ ਹਨ, ਜਿਸ ਨੂੰ ਮੌਲਿਕ ਅਧਿਕਾਰ ਦਾ ਨਾਂ ਦਿੱਤਾ ਗਿਆ ਹੈ। ਅੱਜ ਅਸੀਂ ਉਹਨਾਂ ਅਧਿਕਾਰਾਂ ਬਾਰੇ ਪੜ੍ਹਨ ਜਾ ਰਹੇ ਹਾਂ। ਭਾਰਤੀ ਸੰਵਿਧਾਨ ਦੇ ਤੀਸਰੇ ਭਾਗ ਵਿੱਚ ਅਨੁਛੇਦ 14 ਤੋਂ 32 ਤੱਕ ਨਾਗਰਿਕਾਂ ਦੇ ਮੌਲਿਕ ਅਧਿਕਾਰ ਦਿੱਤੇ ਗਏ ਹਨ। ਇਹ ਮੌਲਿਕ ਅਧਿਕਾਰ ਸਭ ਨਾਗਰਿਕਾਂ ਲਈ ਸਮਾਨ ਹਨ। ਇਹਨਾਂ ਨੂੰ ਮੌਲਿਕ ਅਧਿਕਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸੰਵਿਧਾਨ ਵਿੱਚ ਦਰਜ ਕੀਤੇ ਗਏ ਹਨ। ਜਿੱਥੇ ਆਮ ਸਧਾਰਨ ਅਧਿਕਾਰਾਂ ਨੂੰ ਸਧਾਰਨ ਕਾਨੂੰਨੀ ਪ੍ਰਕਿਰਿਆ ਦੁਆਰਾ ਬਦਲ ਸਕਦੇ ਹਾਂ, ਉੱਥੇ ਮੌਲਿਕ ਅਧਿਕਾਰਾਂ ਵਿੱਚ ਇੰਨੀ ਆਸਾਨੀ ਨਾਲ ਬਦਲਾਵ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਪਿੱਛੇ ਕਾਨੂੰਨੀ ਸੰਵਿਧਾਨਿਕ ਗਰੰਟੀ ਹੁੰਦੀ ਹੈ। ਬੇਟਾ ਇਹ ਜਿਹੜੇ ਸ਼ਬਦ ਨੇ ਇਹੀ ਸਾਡੇ ਦੇਸ਼ ਦੇ ਜਿਹੜੇ ਨਾਗਰਿਕਾਂ ਨੂੰ ਅਧਿਕਾਰ ਮਿਲੇ ਹਨ, ਉਹਨਾਂ ਨੂੰ ਮੌਲਿਕ ਅਧਿਕਾਰ ਬਣਾਉਂਦੇ ਹਨ। ਜਿਵੇਂ ਆਮ ਅਧਿਕਾਰਾਂ ਨੂੰ ਅਸੀਂ ਕਾਨੂੰਨੀ ਪ੍ਰਕਿਰਿਆ ਦੁਆਰਾ ਬਦਲ ਸਕਦੇ ਹਾਂ, ਲੇਕਿਨ ਜਿਹੜੇ ਮੌਲਿਕ ਅਧਿਕਾਰ ਸਾਨੂੰ ਸਾਡੇ ਸੰਵਿਧਾਨ ਦੇ ਵਿੱਚ ਦਿੱਤੇ ਗਏ ਹੈ, ਅਸੀਂ ਉਹਨੂੰ ਆਸਾਨੀ ਨਾਲ ਨਹੀਂ ਬਦਲ ਸਕਦੇ। ਅਸੀਂ ਉਹਨਾਂ ਪਿੱਛੇ ਉਹਨਾਂ ਨੂੰ ਜਿਹੜੀ ਬਦਲਣ ਦੀ ਗਰੰਟੀ ਹੈ, ਉਹ ਕਾਨੂੰਨੀ ਸੰਵਿਧਾਨਿਕ ਗਰੰਟੀ ਹੁੰਦੀ ਹੈ। ਇਹਨਾਂ ਨੂੰ ਸੰਵਿਧਾਨਿਕ ਸੋਧ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਇਸ ਲਈ ਇਹਨਾਂ ਅਧਿਕਾਰਾਂ ਨੂੰ ਮੌਲਿਕ ਅਧਿਕਾਰ ਕਿਹਾ ਗਿਆ ਹੈ, ਕਿਉਂਕਿ ਇਹ ਕੋਈ ਸਧਾਰਨ ਅਧਿਕਾਰ ਨਹੀਂ ਹੁੰਦੇ। ਇਹ ਸਾਡੇ ਸੰਵਿਧਾਨ ਵਿੱਚ ਦਰਜ ਹਨ ਅਤੇ ਇਹ ਸਾਰੇ ਅਧਿਕਾਰ ਸਾਡੇ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨ ਰੂਪ 'ਚ ਪ੍ਰਾਪਤ ਹਨ। ਕਿਸੇ ਨੂੰ ਵੀ ਇਸ ਅਧਿਕਾਰਾਂ ਦੀ ਵਰਤੋਂ ਤੋਂ ਵਾਂਝੇ ਨਹੀਂ ਰੱਖਿਆ ਜਾ ਸਕਦਾ। ਇਹ ਅਧਿਕਾਰ ਸਭ ਨੂੰ ਸਮਾਨ ਰੂਪ ਤੋਂ ਪ੍ਰਾਪਤ ਹਨ। ਇਸੇ ਕਰਕੇ ਸੰਵਿਧਾਨ ਵਿੱਚ ਇਹਨਾਂ ਅਧਿਕਾਰਾਂ ਨੂੰ ਮੌਲਿਕ ਅਧਿਕਾਰ ਦਾ ਦਰਜਾ ਦਿੱਤਾ ਗਿਆ ਹੈ। ਹੁਣ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ ਕਿ ਉਹ ਕਿਹੜੇ ਅਧਿਕਾਰ ਹਨ। ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਰਾਹੀਂ ਹੇਠ ਲਿਖੇ ਕਾਨੂੰਨੀ ਅਧਿਕਾਰ ਦਿੱਤੇ ਗਏ ਹਨ। ਪਹਿਲਾ ਅਧਿਕਾਰ ਜਿਹੜਾ ਦਿੱਤਾ ਹੈ ਉਹ ਹੈ ਸਮਾਨਤਾ ਦਾ ਅਧਿਕਾਰ। ਸਮਾਨਤਾ ਸ਼ਬਦ ਤੋਂ ਹੀ ਸਾਫ਼ ਸਪਸ਼ਟ ਹੋ ਰਿਹਾ ਹੈ, ਜਿਸ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨ ਸਮਝਿਆ ਜਾਵੇ। ਪਰ ਕਿਹੜੇ ਪੱਖੋਂ ਸਮਾਨ ਸਮਝਿਆ ਜਾਵੇ, ਉਸ ਦੀ ਵਿਸਤਾਰਪੂਰਵਕ ਵਰਣਨ ਇਸ ਅਧਿਕਾਰ ਵਿੱਚ ਦਿੱਤਾ ਗਿਆ ਹੈ। ਸਮਾਨਤਾ ਦਾ ਅਧਿਕਾਰ। ਸੰਵਿਧਾਨ ਨਿਰਮਾਤਾਵਾਂ ਨੇ ਸਮਾਨਤਾ ਦੇ ਅਧਿਕਾਰ ਨੂੰ ਇਸ ਲਈ ਪਹਿਲ ਦਿੱਤੀ ਕਿਉਂਕਿ ਉਸ ਸਮੇਂ ਭਾਰਤੀ ਸਮਾਜ ਵਿੱਚ ਭਿੰਨ ਅਸਮਾਨਤਾਵਾਂ ਦੀ ਭਰਮਾਰ ਸੀ। ਇਸ ਲਈ ਇਸ ਅਧਿਕਾਰ ਅਧੀਨ ਨਾਗਰਿਕਾਂ ਨੂੰ ਹੇਠ ਲਿਖੀਆਂ ਸਮਾਨਤਾਵਾਂ ਪ੍ਰਦਾਨ ਕੀਤੀਆਂ ਗਈਆਂ। ਬੇਟਾ ਇਸ ਵਿੱਚ ਇਹ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਕਿ ਭਾਰਤੀ ਸਮਾਜ ਵਿੱਚ ਭਿੰਨ ਅਸਮਾਨਤਾਵਾਂ ਦੀ ਭਰਮਾਰ ਸੀ। ਮਤਲਬ ਸਾਡਾ ਦੇਸ਼ ਇੱਕ ਭਿੰਨਤਾਵਾਂ ਵਾਲਾ ਦੇਸ਼ ਹੈ। ਇੱਥੇ ਅਲੱਗ ਧਰਮਾਂ ਦੇ, ਜਾਤ ਦੇ ਲੋਕੀ ਰਹਿੰਦੇ ਹਨ, ਅਲੱਗ ਭਾਸ਼ਾਵਾਂ ਦੇ ਲੋਕੀ ਰਹਿੰਦੇ ਹਨ, ਅਲੱਗ ਰਹਿਣ ਸਹਿਣ ਹੈ। ਉਹਨਾਂ ਸਭ ਨੂੰ ਇੱਕ ਰੂਪ ਦੇਣ ਵਾਸਤੇ ਹੀ ਇਸ ਅਧਿਕਾਰ ਨੂੰ ਬਣਾਉਣਾ ਜ਼ਿਆਦਾ ਜ਼ਰੂਰੀ ਹੋ ਗਿਆ, ਜਿਸ ਵਿੱਚ ਸਾਡੇ ਦੇਸ਼ ਦੀ ਸਾਰੀ ਅਸਮਾਨਤਾਵਾਂ ਨੂੰ ਇੱਕ ਰੂਪ ਮਿਲ ਗਿਆ ਅਤੇ ਸਾਰੇ ਨਾਗਰਿਕ ਸਮਾਨ ਰੂਪ ਵਿੱਚ ਬਰਾਬਰ ਹੋ ਗਏ। ਇਹ ਸਮਾਨਤਾ ਦਾ ਅਧਿਕਾਰ ਸਾਰੇ ਨਾਗਰਿਕਾਂ ਨੂੰ ਇਸ ਕਰਕੇ ਦੇਣਾ ਜ਼ਰੂਰੀ ਸੀ ਉਸ ਵੇਲੇ, ਕਿਉਂਕਿ ਸਾਡਾ ਦੇਸ਼ ਦਾ ਸੰਵਿਧਾਨ ਉਸ ਵੇਲੇ ਬਣਿਆ ਜਿਸ ਵੇਲੇ ਕਾਫੀ ਜ਼ਿਆਦਾ ਅਸਮਾਨਤਾਵਾਂ ਸੀ ਸਾਡੇ ਦੇਸ਼ ਵਿੱਚ। ਇਸ ਅਧਿਕਾਰ ਅਧੀਨ ਨਾਗਰਿਕਾਂ ਨੂੰ ਹੇਠ ਲਿਖੀਆਂ ਸਮਾਨਤਾਵਾਂ ਪ੍ਰਦਾਨ ਕੀਤੀਆਂ ਗਈਆਂ। ਕਿਹੜੀ ਸਮਾਨਤਾ ਜਿਹੜੀ ਹੈ ਸਾਡੇ ਨਾਗਰਿਕਾਂ ਨੂੰ ਮਿਲੀ। ਸਮਾਨਤਾ ਦੇ ਅਧਿਕਾਰ ਵਿੱਚ ਹਰ ਨਾਗਰਿਕ ਨੂੰ ਕਿਹੜੀ ਸਮਾਨਤਾ ਮਿਲੀ, ਉਹ ਹੁਣ ਅਸੀਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲੀ ਸਮਾਨਤਾ ਜਿਹੜੀ ਸਾਨੂੰ ਮਿਲੀ ਹੈ ਉਹ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ। ਸਾਡੇ ਦੇਸ਼ ਦਾ ਹਰ ਨਾਗਰਿਕ ਕਾਨੂੰਨ ਦੇ ਸਾਹਮਣੇ ਸਮਾਨ ਹੈ।
ਚਾਹੇ ਉਹ ਕਿਸੇ ਵੀ ਧਰਮ ਜਾਤ ਦਾ ਹੋਵੇ। ਕਾਨੂੰਨ ਉਹਨਾਂ 'ਤੇ ਸਮਾਨ ਰੂਪ ਨਾਲ ਲਾਗੂ ਹੁੰਦੇ ਹਨ। ਜੇ ਕੋਈ ਵਿਅਕਤੀ ਅਪਰਾਧ ਕਰਦਾ ਹੈ ਤੇ ਕਾਨੂੰਨੀ ਤੌਰ 'ਤੇ ਉਹਨੂੰ ਉਹੀ ਸਜ਼ਾ ਦਿੱਤੀ ਜਾਏਗੀ ਜੋ ਉਸ ਕਾਨੂੰਨ ਦੇ ਅਨੁਸਾਰ ਬਣਦੀ ਹੈ। ਕਾਨੂੰਨ ਦੇ ਅਨੁਸਾਰ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਕਾਨੂੰਨ ਦੇ ਸਾਹਮਣੇ ਹਰ ਨਾਗਰਿਕ ਸਮਾਨ ਹੈ। ਵਿਤਕਰੇ ਦੀ ਮਨਾਹੀ। ਰਾਜ ਵਿੱਚ ਕਿਸੇ ਨਾਗਰਿਕ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਏਗਾ। ਕਿਸੇ ਵੀ ਤਰ੍ਹਾਂ ਨਾਲ ਜਾਤ ਪਾਤ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਨਾਲ ਸਾਡੇ ਦੇਸ਼ ਦੇ ਨਾਗਰਿਕ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਇਹ ਦੋ ਰੂਪਾਂ ਨਾਲ ਸਮਾਨਤਾ 'ਤੇ ਮਿਲੀ। ਇੱਕ ਕਾਨੂੰਨ ਦੇ ਸਾਹਮਣੇ ਸਮਾਨਤਾ, ਦੂਸਰੀ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਤੀਸਰੀ ਸਮਾਨਤਾ ਹੈ ਅਵਸਰ ਦੀ ਸਮਾਨਤਾ। ਜਿਵੇਂ ਰਾਜ ਅਧੀਨ ਰੋਜ਼ਗਾਰ ਜਾਂ ਪਦਵੀਆਂ ਦੇ ਨਿਯੁਕਤੀ ਲਈ ਸਾਰੇ ਨਾਗਰਿਕਾਂ ਨੂੰ ਸਮਾਨ ਅਵਸਰ ਦਿੱਤੇ ਜਾਣਗੇ ਅਤੇ ਇਹਨਾਂ ਲਈ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਨਸਲ, ਲਿੰਗ, ਵੰਸ਼, ਜਨਮ ਸਥਾਨ ਜਾਂ ਨਿਵਾਸ ਸਥਾਨ ਦੇ ਅਧੀਨ ਵਿਤਕਰਾ ਨਹੀਂ ਕੀਤਾ ਜਾਵੇਗਾ। ਅਵਸਰ ਯਾਨੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਮੌਕਾ ਪ੍ਰਦਾਨ ਕਰਨਾ, ਕਿਸੇ ਵੀ ਤਰ੍ਹਾਂ ਦੀ ਕੋਈ ਓਪਰਚੁਨਿਟੀ ਜਾਂ ਰੋਜ਼ਗਾਰ ਵਗੈਰਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਦਵੀ ਕਿਸੇ ਨੂੰ ਦੇਣਾ, ਇਸ ਤੋਂ ਕਿਸੇ ਵੀ ਨਾਗਰਿਕ ਨੂੰ ਵਾਂਝਾ ਨਹੀਂ ਰੱਖਿਆ ਜਾ ਸਕਦਾ। ਹਰ ਇੱਕ ਨਾਗਰਿਕ ਸਮਾਨ ਹੈ। ਉਹ ਕਿਸੇ ਵੀ ਕੰਮ ਨੂੰ ਕਰਨ ਲਈ ਪੂਰੀ ਤਰ੍ਹਾਂ ਹੱਕਦਾਰ ਹੈ। ਜਿਵੇਂ ਕਿ ਮੰਨ ਲਓ ਕਿਸੇ ਵੀ ਸਰਕਾਰੀ ਜਿਹੜੀ ਹੈ ਨੌਕਰੀ ਲਈ ਸਾਰੇ ਲੋਕ ਜਿਹੜੇ ਨੇ ਅਰਜ਼ੀਆਂ ਦੇ ਸਕਦੇ ਹਨ। ਠੀਕ ਹੈ, ਸਾਰੇ ਲੋਕਾਂ ਲਈ ਉਸ ਮਤਲਬ ਸਰਕਾਰੀ ਓਪਰਚੁਨਿਟੀ ਦਾ ਫਾਇਦਾ ਚੁੱਕਣ ਲਈ ਸਾਰੇ ਲੋਕ ਜਿਹੜੇ ਨੇ ਸਮਾਨ ਹਨ। ਅਵਸਰ ਦੀ ਸਮਾਨਤਾ ਸਭ ਨੂੰ ਪ੍ਰਾਪਤ ਹੈ। ਸਾਰੇ ਉਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ, ਚਾਹੇ ਉਹ ਕਿਸੇ ਵੀ ਧਰਮ, ਰਾਜ ਦੇ ਨਾਲ ਸੰਬੰਧਿਤ ਹਨ। ਅਵਸਰ ਦੀ ਸਮਾਨਤਾ ਹਰ ਜਿਹੜਾ ਨਾਗਰਿਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਅਵਸਰ ਦਾ ਲਾਭ ਉਠਾਉਣ ਲਈ ਪੂਰੀ ਤਰ੍ਹਾਂ ਜਿਹੜਾ ਹੈ ਉਹ ਪੂਰੀ ਤਰ੍ਹਾਂ ਸਮਰੱਥ ਹੈ। ਸਭ ਨੂੰ ਇਹ ਸਮਾਨਤਾ ਮਿਲੀ ਹੋਈ ਹੈ। ਦੂਸਰੀ ਹੈ ਛੂਤ ਛਾਤ ਦੀ ਮਨਾਹੀ। ਸਦੀਆਂ ਤੋਂ ਚੱਲੀ ਆ ਰਹੀ ਛੂਤ ਛਾਤ ਦੀ ਬਿਮਾਰੀ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ ਇਸ ਨੂੰ ਕਿਸੇ ਵੀ ਰੂਪ ਵਿੱਚ ਅਮਲ ਵਿੱਚ ਲਿਆਉਣਾ ਭਾਰਤੀ ਸੰਵਿਧਾਨ ਵੱਲੋਂ ਵਰਜਿਤ ਕੀਤਾ ਗਿਆ ਹੈ। ਛੂਤ ਛਾਤ ਦੀ ਮਨਾਹੀ ਕਰ ਦਿੱਤੀ ਗਈ ਹੈ ਅਤੇ ਸਾਰੇ ਲੋਕਾਂ ਨੂੰ ਇੱਕ ਦੂਸਰੇ ਆਮ ਲੋਕਾਂ ਵਾਂਗੂ ਹਰ ਇੱਕ ਨੂੰ ਬਿਲਕੁਲ ਸਮਾਨ ਸਮਝਿਆ ਗਿਆ ਹੈ। ਉਪਾਧੀਆਂ ਜਾਂ ਖਿਤਾਬਾਂ ਦੀ ਸਮਾਪਤੀ। ਪਹਿਲਾਂ ਸਮੇਂ ਦੇ ਅਨੁਸਾਰ ਜਦੋਂ ਸੈਨਿਕ ਅਤੇ ਵਿੱਦਿਅਕ ਉਪਾਧੀਆਂ ਨੂੰ ਛੱਡ ਕੇ ਰਾਜ ਦੁਆਰਾ ਹੋਰ ਕੋਈ ਵੀ ਉਪਾਧੀ ਨਹੀਂ ਦਿੱਤੀ ਜਾਵੇਗੀ। ਪਹਿਲਾਂ ਸਮੇਂ ਅਨੁਸਾਰ ਉਪਾਧੀਆਂ ਦਿੱਤੀਆਂ ਜਾਂਦੀਆਂ ਸੀ ਜਦੋਂ ਸਾਡੇ ਦੇਸ਼ ਵਿੱਚ ਰਾਜਾ ਮਹਾਰਾਜੇ ਜਾਂ ਮੁਗਲ ਸ਼ਾਸਕਾਂ ਦਾ ਸ਼ਾਸਨ ਚੱਲਦਾ ਸੀ। ਉਸ ਸਮੇਂ ਖਿਤਾਬ ਦਿੱਤੇ ਜਾਂਦੇ ਸੀ ਜਾਂ ਉਪਾਧੀਆਂ ਦਿੱਤੀਆਂ ਜਾਂਦੀਆਂ ਸੀ ਲੋਕਾਂ ਨੂੰ। ਪਰ ਹੁਣ ਇਸ ਸਮੇਂ ਦੇ ਦੌਰਾਨ ਸੰਵਿਧਾਨ ਦੁਆਰਾ ਉਪਾਧੀਆਂ ਜਾਂ ਖਿਤਾਬਾਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਸਿਰਫ ਇਹ ਚੀਜ਼ਾਂ ਸੈਨਿਕ ਅਤੇ ਵਿੱਦਿਅਕ ਉਪਾਧੀਆਂ ਨੂੰ ਵਿੱਦਿਅਕ ਵਿਭਾਗਾਂ ਵਿੱਚ ਹੀ ਲਾਗੂ ਹੁੰਦੀਆਂ ਹਨ। ਇਸ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਉਪਾਧੀ ਦਿੱਤੀ ਜਾਂਦੀ। ਇਹ ਸੀ ਸਮਾਨਤਾ ਦਾ ਅਧਿਕਾਰ, ਜਿਸ ਦੇ ਵਿੱਚ ਸਾਨੂੰ ਸਮਾਨਤਾ ਅਲੱਗ-ਅਲੱਗ ਤਰ੍ਹਾਂ ਦੀ ਮਿਲੀ ਹੈ। ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਸਮਾਨ ਹਨ। ਵਿਤਕਰੇ ਦੀ ਮਨਾਹੀ ਕਰ ਦਿੱਤੀ ਗਈ ਹੈ ਅਤੇ ਅਵਸਰ ਦੀ ਸਮਾਨਤਾ, ਹਰ ਲੋਕੀ ਹਰ ਤਰ੍ਹਾਂ ਦੇ ਅਵਸਰ ਦਾ ਲਾਭ ਉਠਾਉਣ ਲਈ ਪੂਰੀ ਤਰ੍ਹਾਂ ਸਮਰੱਥ ਹਨ। ਛੂਤ ਛਾਤ ਦੀ ਮਨਾਹੀ ਕਰ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਨਾਲ ਛੂਤ ਛਾਤ ਦਾ ਵਿਤਕਰਾ ਕਿਸੇ ਵੀ ਨਾਗਰਿਕ ਦੇ ਨਾਲ ਨਹੀਂ ਕੀਤਾ ਜਾਏਗਾ। ਉਪਾਧੀਆਂ ਜਾਂ ਖਿਤਾਬਾਂ ਦੀ ਸਮਾਪਤੀ ਕਰ ਦਿੱਤੀ ਗਈ ਹੈ। ਉਹ ਸਿਰਫ ਸੈਨਿਕ ਅਤੇ ਵਿੱਦਿਅਕ ਉਪਾਧੀਆਂ ਨੂੰ ਛੱਡ ਕੇ ਰਾਜ ਦੁਆਰਾ ਹੋਰ ਕੋਈ ਵੀ ਉਪਾਧੀ ਨਹੀਂ ਦਿੱਤੀ ਜਾਂਦੀ ਹੈ। ਇਹ ਸੀ ਸਮਾਨਤਾ ਦਾ ਅਧਿਕਾਰ। ਇਹਨਾਂ 4-5 ਤਰੀਕਿਆਂ ਨਾਲ ਨਾਗਰਿਕ ਨੂੰ ਹਰ ਤਰ੍ਹਾਂ ਦੇ ਨਾਲ ਸਮਾਨ ਆਖਿਆ ਗਿਆ ਹੈ। ਦੂਸਰਾ ਮੌਲਿਕ ਅਧਿਕਾਰ ਹੈ ਸਾਡਾ ਆਜ਼ਾਦੀ ਦਾ ਅਧਿਕਾਰ। ਸਮਾਨਤਾ ਤੋਂ ਬਾਅਦ ਸੰਵਿਧਾਨ ਰਚਨਹਾਰੀਆਂ ਮੀਨਸ ਬਣਾਉਣ ਵਾਲਿਆਂ ਨੇ, ਸੰਵਿਧਾਨ ਰਚਨਹਾਰੀਆਂ ਨੇ ਸੁਤੰਤਰਤਾ ਦੇ ਅਧਿਕਾਰ ਨੂੰ ਮਹੱਤਵ ਦਿੱਤਾ। ਸੁਤੰਤਰਤਾ ਮੀਨਸ ਆਜ਼ਾਦੀ। ਹੁਣ ਆਜ਼ਾਦੀ ਦਾ ਅਧਿਕਾਰ ਤਾਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਸੰਵਿਧਾਨ ਬਣਿਆ ਅਤੇ ਜੇ ਸੰਵਿਧਾਨ ਬਣਨ ਤੋਂ ਬਾਅਦ ਵੀ ਨਾਗਰਿਕਾਂ ਦੀ ਆਜ਼ਾਦੀ ਖਤਰੇ 'ਚ ਰਹਿੰਦੀ ਅਤੇ ਫਿਰ ਇਸ ਸੰਵਿਧਾਨ ਦਾ ਕੋਈ ਮੰਤਵ ਹੀ ਨਹੀਂ ਸੀ ਬਣਾਉਣ ਦਾ। ਇਸ ਕਰਕੇ ਸੰਵਿਧਾਨ ਬਣਾਉਣ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਇਸ ਅਧਿਕਾਰ ਨੂੰ ਸ਼ਾਮਿਲ ਕੀਤਾ ਗਿਆ ਜਿਸ ਨੂੰ ਆਜ਼ਾਦੀ ਦਾ ਅਧਿਕਾਰ ਕਿਹਾ ਗਿਆ ਹੈ। ਸੁਤੰਤਰ ਦਾ ਅਧਿਕਾਰ ਲੋਕਤੰਤਰ ਦਾ ਮੁੱਖ ਥੰਮ ਹੈ। ਸੁਤੰਤਰਤਾ ਹੀ ਲੋਕਤੰਤਰ ਦਾ ਮੁੱਖ ਜਿਹੜੀ ਹੈ ਥੰਮ ਹੈ। ਇਹ ਸੁਤੰਤਰਤਾ ਦੇ ਆਧਾਰ 'ਤੇ ਹੀ ਲੋਕਤੰਤਰ ਸਾਡੇ ਦੇਸ਼ ਦਾ ਖੜਾ ਹੈ ਕਿਉਂਕਿ ਲੋਕਾਂ ਦੀ ਸਰਕਾਰ ਹੈ ਲੋਕਤੰਤਰ ਵਿੱਚ, ਅਤੇ ਜੇ ਲੋਕ ਹੀ ਸੁਤੰਤਰ ਨਹੀਂ ਹੋਣਗੇ, ਭਾਰਤ ਦੇ ਨਾਗਰਿਕ ਹੀ ਸੁਤੰਤਰ ਨਹੀਂ ਹੋਣਗੇ ਅਤੇ ਫਿਰ ਲੋਕਤੰਤਰ ਕਿਸ ਤਰ੍ਹਾਂ ਚੱਲ ਸਕਦਾ ਦੇਸ਼ ਵਿੱਚ। ਇਸ ਕਰਕੇ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਆਜ਼ਾਦੀ ਦਾ ਅਧਿਕਾਰ ਵੀ ਦਿੱਤਾ ਗਿਆ।
ਸੰਵਿਧਾਨ ਦੇ 19ਵੇਂ ਅਨੁਛੇਦ ਅਧੀਨ ਹੇਠ ਲਿਖੀਆਂ ਸੁਤੰਤਰਤਾਵਾਂ ਨਾਗਰਿਕ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ। ਕਿਹੜੀ ਕਿਹੜੀ ਸੁਤੰਤਰਤਾ ਦਿੱਤੀ ਗਈ ਹੈ? ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ। ਹਰ ਨਾਗਰਿਕ ਨੂੰ ਸੰਵਿਧਾਨ ਦੁਆਰਾ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ। ਉਹ ਚਾਹੇ ਕਿਸੇ ਵੀ ਰੂਪ ਵਿੱਚ ਕਰੇ, ਚਾਹੇ ਉਹ ਭਾਸ਼ਣ ਦੇ ਰੂਪ 'ਚ ਕਰੇ, ਚਾਹੇ ਉਹ ਲਿਖਤੀ ਰੂਪ ਵਿੱਚ ਕਰੇ, ਚਾਹੇ ਉਹ ਬੋਲ ਕੇ ਕਰੇ, ਕਿਸੇ ਵੀ ਤਰ੍ਹਾਂ ਉਹ ਆਪਣੇ ਵਿਚਾਰ ਪ੍ਰਗਟਾਉਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਨੰਬਰ 2, ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਵਿੱਚ ਇਕੱਤਰ ਹੋਣ ਦੀ ਆਜ਼ਾਦੀ। ਇਕੱਠ, ਲੋਕਾਂ ਦਾ ਇਕੱਠ ਕਰਨ ਦੀ ਆਜ਼ਾਦੀ ਵੀ ਸੰਵਿਧਾਨ ਦੁਆਰਾ ਦਿੱਤੀ ਗਈ ਹੈ। ਕੋਈ ਵੀ ਨਾਗਰਿਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਇਕੱਠ ਕਰ ਸਕਦਾ ਹੈ, ਇਹ ਇਸ ਨੂੰ ਪੂਰੀ ਤਰ੍ਹਾਂ ਆਜ਼ਾਦੀ ਹੈ। ਇਕੱਠ ਜਿਵੇਂ ਕੋਈ ਫੰਕਸ਼ਨ, ਸਮਾਰੋਹ, ਕੋਈ ਉਤਸਵ, ਕੋਈ ਇਲੈਕਸ਼ਨ ਜਾਂ ਚੁਣਾਵਾਂ ਦੇ ਦੌਰਾਨ ਕੋਈ ਇਕੱਠ ਕਰਨਾ, ਇਹ ਸਭ ਕਰਨ ਦੀ ਆਜ਼ਾਦੀ ਹਰ ਨਾਗਰਿਕ ਨੂੰ ਸਮਾਨ ਰੂਪ ਵਿੱਚ ਪ੍ਰਾਪਤ ਹੈ। ਸਮੂਹ ਜਾਂ ਸੰਘ ਸਥਾਪਿਤ ਕਰਨ ਦੀ ਆਜ਼ਾਦੀ। ਅਸੀਂ ਦੇਖਿਆ ਕਿ ਕਈ ਤਰ੍ਹਾਂ ਦੀ ਦੇਸ਼ ਵਿੱਚ ਯੂਨੀਅਨਸ ਬਣੀਆਂ ਹੁੰਦੀਆਂ ਹਨ। ਲੇਬਰ ਯੂਨੀਅਨ, ਮਜ਼ਦੂਰ ਯੂਨੀਅਨ, ਅਧਿਆਪਕ ਯੂਨੀਅਨ, ਵਿਦਿਆਰਥੀ ਯੂਨੀਅਨ। ਇਹ ਸਭ ਕੀ ਹੈ? ਇਹ ਸੰਘ ਹੈ, ਇਹ ਗਰੁੱਪ ਹੈ, ਇਹ ਸਮੂਹ ਹੈ। ਅਤੇ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਵੀ ਸਮੂਹ ਬਣਾਉਣ ਦੀ ਯਾਨੀ ਕਿ ਸੰਘ ਬਣਾਉਣ ਦੀ ਆਜ਼ਾਦੀ ਪੂਰੀ ਤਰ੍ਹਾਂ ਹਰ ਨਾਗਰਿਕ ਨੂੰ ਮਿਲੀ ਹੈ। ਇਸੇ ਕਰਕੇ ਹੀ ਸਾਡੇ ਦੇਸ਼ ਵਿੱਚ ਇੰਨੇ ਜ਼ਿਆਦਾ ਸੰਘ ਵੀ ਪਾਏ ਜਾਂਦੇ ਹਨ। ਨੰਬਰ 4, ਸਮੁੱਚੇ ਭਾਰਤ ਵਿੱਚ ਫਿਰਨ ਤੁਰਨ ਦੀ ਆਜ਼ਾਦੀ। ਅਸੀਂ ਆਪਣੇ ਦੇਸ਼ ਵਿੱਚ ਕਿਤੇ ਵੀ ਆਰਾਮ ਨਾਲ ਆ ਜਾ ਸਕਦੇ ਹਾਂ। ਦੇਸ਼ ਦੇ ਕਿਸੇ ਵੀ ਰਾਜ ਵਿੱਚ ਆਸਾਨੀ ਨਾਲ, ਆਜ਼ਾਦੀ ਨਾਲ ਘੁੰਮ ਫਿਰ ਸਕਦੇ ਹਾਂ। ਸਾਨੂੰ ਪੂਰੇ ਦੇਸ਼ ਵਿੱਚ ਫਿਰਨ ਤੁਰਨ ਦੀ ਆਜ਼ਾਦੀ ਦਾ ਅਧਿਕਾਰ ਵੀ ਪ੍ਰਾਪਤ ਹੈ। ਕਿਤੇ ਵੀ ਆਉਣ ਜਾਣ 'ਤੇ ਕੋਈ ਵੀ ਰੋਕ ਟੋਕ ਨਹੀਂ ਹੈ। ਦੇਸ਼ ਦੇ ਕਿਸੇ ਭਾਗ ਵਿੱਚ ਵੀ ਰਹਿਣ ਦੀ ਅਤੇ ਨਿਵਾਸ ਅਸਥਾਨ ਬਣਾਉਣ ਦੀ ਸੁਤੰਤਰਤਾ। ਸਾਨੂੰ ਸਾਡੇ ਦੇਸ਼ ਦੇ ਸੰਵਿਧਾਨ ਅਨੁਸਾਰ ਦੇਸ਼ ਦੇ ਕਿਸੇ ਵੀ ਸਥਾਨ 'ਤੇ ਜਾ ਕੇ ਰਹਿਣ ਦੀ ਅਤੇ ਉੱਥੇ ਆਪਣੀ ਰਹਿਣ ਦੀ ਥਾਂ ਬਣਾਉਣ 'ਤੇ, ਨਿਵਾਸ ਸਥਾਨ ਬਣਾਉਣ ਦੀ ਵੀ ਪੂਰੀ ਤਰ੍ਹਾਂ ਆਜ਼ਾਦੀ ਹੈ। ਇਸ ਤਰ੍ਹਾਂ ਦੀ ਕੋਈ ਰੋਕ ਟੋਕ ਹੁਣ ਨਹੀਂ ਹੈ। ਕੋਈ ਵੀ ਕਾਰੋਬਾਰ ਕਰਨ ਦੀ ਆਜ਼ਾਦੀ। ਭਾਰਤ ਦਾ ਹਰ ਨਾਗਰਿਕ ਕਾਨੂੰਨੀ ਤੌਰ 'ਤੇ ਵੈਧ ਤਰੀਕੇ ਨਾਲ ਹਰ ਤਰ੍ਹਾਂ ਦਾ ਕਾਰੋਬਾਰ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ। ਅਤੇ ਇਹ ਸੀ ਬੇਟਾ ਆਜ਼ਾਦੀ ਦਾ ਅਧਿਕਾਰ। ਅਸੀਂ 2 ਅਧਿਕਾਰ ਕੀਤੇ, ਸਮਾਨਤਾ ਦਾ ਅਧਿਕਾਰ ਅਤੇ ਆਜ਼ਾਦੀ ਦਾ ਅਧਿਕਾਰ। ਤੀਸਰਾ ਅਧਿਕਾਰ ਹੈ ਸਾਡਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਭਾਰਤੀ ਸੰਵਿਧਾਨ ਵਿੱਚ ਮਨੁੱਖ ਦਾ ਵਪਾਰ ਅਤੇ ਬਿਨਾਂ ਵੇਤਨ ਜਬਰਨ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ। ਜਬਰਨ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਨੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਕਾਰਖਾਨੇ ਵਿੱਚ ਕਿਸੇ ਅਜਿਹੇ ਕੰਮ 'ਤੇ ਨਹੀਂ ਲਗਾਇਆ ਜਾ ਸਕਦਾ ਜਿੱਥੇ ਉਹਨਾਂ ਦਾ ਵਿਕਾਸ ਰੁਕ ਜਾਵੇ। ਹਾਂਜੀ ਬੇਟਾ, ਭਾਰਤੀ ਸੰਵਿਧਾਨ ਦੇ ਅਨੁਸਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਇੱਕ ਮਿਲਿਆ ਹੈ ਸਾਨੂੰ, ਯਾਨੀ ਕਿ ਬਿਨਾਂ ਪੈਸਿਆਂ ਤੋਂ ਕੰਮ ਕਰਾਉਣਾ ਵੀ ਇੱਕ ਤਰ੍ਹਾਂ ਦਾ ਸ਼ੋਸ਼ਣ ਹੈ। ਅਤੇ ਬਿਨਾਂ ਵੇਤਨ ਤੋਂ ਜ਼ਬਰਦਸਤੀ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ ਸੰਵਿਧਾਨ ਦੇ ਵਿੱਚ। ਅਸੀਂ ਕਿਸੇ ਕੋਲੋਂ ਵੀ ਬਿਨਾਂ ਪੈਸੇ ਦਿੱਤੇ ਜ਼ਬਰਦਸਤੀ ਕੰਮ ਨਹੀਂ ਕਰਾ ਸਕਦੇ। ਜੇ ਅਸੀਂ ਕਿਸੇ ਕੋਲੋਂ ਕੰਮ ਕਰਾਉਣਾ ਹੈ ਜਾਂ ਕਿਸੇ ਵੀ ਨਾਗਰਿਕ ਨੇ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਮਜ਼ਦੂਰੀ ਕਰਾਉਣੀ ਹੈ ਤਾਂ ਉਸਨੂੰ ਵੇਤਨ ਦੇਣਾ ਹੀ ਪਵੇਗਾ। ਇਸ ਤੋਂ ਇਲਾਵਾ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲੋਂ ਵੀ ਕੰਮ ਕਰਾਉਣਾ ਸ਼ੋਸ਼ਣ ਹੀ ਹੁੰਦਾ ਹੈ। ਇਸ ਕਰਕੇ 14 ਸਾਲ ਤੋਂ ਘੱਟ ਬੱਚਿਆਂ ਕੋਲੋਂ ਕਿਸੇ ਤਰ੍ਹਾਂ ਦਾ ਵੀ ਕੰਮ ਨਹੀਂ ਕਰਾਇਆ ਜਾਣਾ ਚਾਹੀਦਾ ਅਤੇ ਉਹਨਾਂ ਕੋਲੋਂ ਕੰਮ ਕਰਾਉਣਾ ਵੀ ਇੱਕ ਤਰ੍ਹਾਂ ਦਾ ਸ਼ੋਸ਼ਣ ਹੈ ਜੋ ਕਿ ਕਾਨੂੰਨ ਦੇ ਵਿਰੁੱਧ ਹੈ। ਚੌਥਾ ਸਾਡਾ ਅਧਿਕਾਰ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਸਾਨੂੰ ਕਾਫੀ ਸਾਰੀ ਸਮਾਨਤਾਵਾਂ ਮਿਲੀਆਂ, ਸਾਨੂੰ ਆਜ਼ਾਦੀ ਦਾ ਅਧਿਕਾਰ ਵੀ ਮਿਲਿਆ, ਸਾਨੂੰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਵੀ ਮਿਲਿਆ। ਅਤੇ ਹੁਣ ਇੱਕ ਸੁਤੰਤਰਤਾ ਹੋਰ ਮਿਲੀ ਹੈ ਸਾਨੂੰ, ਸਾਡੇ ਸੰਵਿਧਾਨ ਦੇ ਵਿੱਚ ਇੱਕ ਅਧਿਕਾਰ ਹੋਰ ਮਿਲਿਆ ਹੈ, ਉਹ ਹੈ ਧਾਰਮਿਕ ਸੁਤੰਤਰਤਾ। ਨਾਮ ਤੋਂ ਹੀ ਪਤਾ ਹੈ, ਧਰਮ ਦੇ ਨਾਲ ਸੰਬੰਧਿਤ ਸੁਤੰਤਰਤਾ। ਸੰਵਿਧਾਨ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਇੱਕ ਸ਼ਬਦ ਵਰਤਿਆ ਗਿਆ ਧਰਮ ਨਿਰਪੱਖ। ਧਰਮ ਨਿਰਪੱਖ ਸ਼ਬਦ ਦਾ ਅਰਥ ਹੈ ਕਿ ਭਾਰਤ ਜਿਹੜਾ ਹੈ ਕਿਸੇ ਵੀ ਵਿਸ਼ੇਸ਼ ਜਾਤ ਅਤੇ ਧਰਮ ਨੂੰ ਨਹੀਂ ਮੰਨਦਾ। ਉਹ ਸਭ ਧਰਮ ਜਾਤ ਦਾ ਜਿਹੜਾ ਹੈ ਪੂਰੀ ਤਰ੍ਹਾਂ ਸਮਾਨ ਸਨਮਾਨ ਕਰਦਾ ਹੈ
ਸਭ ਧਰਮ ਜਿਹੜੇ ਨੇ ਉਸ ਦੀ ਨਜ਼ਰਾਂ ਤੋਂ ਬਿਲਕੁਲ ਪੂਰੀ ਤਰ੍ਹਾਂ ਸਮਾਨ ਹਨ। ਅਤੇ ਸਾਡੇ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਕੀ ਦਿੱਤਾ ਗਿਆ ਹੈ? ਧਰਮ ਨਿਰਪੱਖ ਰਾਜ ਉਹ ਹੁੰਦਾ ਹੈ ਜਿੱਥੇ ਕਿਸੇ ਇੱਕ ਧਰਮ ਨੂੰ ਪਹਿਲ ਨਹੀਂ ਦਿੱਤੀ ਜਾਂਦੀ, ਸਗੋਂ ਸਾਰੇ ਧਰਮਾਂ ਦਾ ਇੱਕੋ ਜਿਹਾ ਸਤਿਕਾਰ ਕੀਤਾ ਜਾਂਦਾ ਹੈ। ਅਜਿਹਾ ਰਾਜ ਕਿਸੇ ਵੀ ਧਰਮ ਵਿੱਚ ਦਖਲ ਨਹੀਂ ਦਿੰਦਾ। ਹਰੇਕ ਨਾਗਰਿਕ ਨੂੰ ਕੋਈ ਵੀ ਧਰਮ ਅਪਣਾਉਣ ਦੀ ਅਤੇ ਉਸ ਦਾ ਪ੍ਰਚਾਰ ਕਰਨ ਦੀ ਪੂਰੀ ਤਰ੍ਹਾਂ ਆਜ਼ਾਦੀ ਹੈ। ਸਾਡੇ ਦੇਸ਼ ਵਿੱਚ ਕੋਈ ਵੀ ਕਿਸੇ ਵੀ ਧਰਮ ਦਾ ਇਨਸਾਨ ਆਪਣਾ ਧਰਮ ਬਦਲ ਕੇ ਦੂਸਰਾ ਧਰਮ ਅਪਣਾਉਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਇਹ ਵੀ ਇੱਕ ਅਧਿਕਾਰ ਦਿੱਤਾ ਗਿਆ ਹੈ, ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਪੰਜਵਾਂ ਅਧਿਕਾਰ ਹੈ ਬੇਟਾ ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ। ਭਾਰਤ ਇਹ ਬਹੁਧਰਮੀ, ਬਹੁਭਾਸ਼ਾਈ ਅਤੇ ਬਹੁ ਸੱਭਿਆਚਾਰਾਂ ਵਾਲਾ ਲੋਕਾਂ ਦਾ ਦੇਸ਼ ਹੈ। ਇਸ ਲਈ ਘੱਟ ਗਿਣਤੀ ਵਾਲੇ ਲੋਕਾਂ ਦੇ ਹਿੱਤਾਂ ਲਈ ਹੇਠ ਲਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਭਾਰਤ ਵਿੱਚ ਵਿਦਿਅਕ ਅਧਿਕਾਰ ਵੀ ਮਿਲੇ ਹਨ, ਕਿਉਂਕਿ ਸਾਡੇ ਦੇਸ਼ ਵਿੱਚ ਇੱਕ ਧਰਮ ਨਹੀਂ ਹੈ, ਬਹੁਤ ਧਰਮ ਨੇ। ਇੱਕ ਜਾਤ ਨਹੀਂ ਹੈ, ਬਹੁਤ ਜਾਤਾਂ ਦੇ ਲੋਕ ਰਹਿੰਦੇ ਨੇ। ਇੱਕ ਭਾਸ਼ਾ ਨਹੀਂ ਹੈ, ਬਹੁਤ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ। ਇੱਕ ਸੱਭਿਆਚਾਰ ਨਹੀਂ ਹੈ, ਬਹੁਤ ਸੱਭਿਆਚਾਰ ਵਾਲੇ ਲੋਕ ਰਹਿੰਦੇ ਹਨ। ਯਾਨੀ ਕਿ ਸਾਡਾ ਦੇਸ਼ ਜਿਹੜਾ ਹੈ ਬਹੁਧਰਮੀ, ਬਹੁਭਾਸ਼ਾਈ ਅਤੇ ਬਹੁ ਸੱਭਿਆਚਾਰਾਂ ਵਾਲੇ ਲੋਕਾਂ ਦਾ ਇੱਕ ਦੇਸ਼ ਹੈ। ਅਤੇ ਇੱਥੇ ਜਿਹੜੇ ਘੱਟ ਗਿਣਤੀ ਵਾਲੇ ਲੋਕ ਹਨ ਉਹਨਾਂ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਘੱਟ ਗਿਣਤੀ ਵਾਲੇ ਯਾਨੀ ਕਿ ਜਿਹੜੇ ਮਤਲਬ ਜਿਸ ਧਰਮ ਦੇ ਲੋਕ ਸਭ ਤੋਂ ਘੱਟ ਹਨ ਸਾਡੇ ਦੇਸ਼ ਵਿੱਚ, ਉਹਨਾਂ ਦੇ ਹਿੱਤਾਂ ਦੀ ਰੱਖਿਆ ਵੀ ਕੀਤੀ ਗਈ ਹੈ। ਜਿਵੇਂ ਕਿ ਉਹ ਆਪਣੇ ਸੰਪਰਦਾਇ ਨੂੰ ਆਪਣੀ ਭਾਸ਼ਾ ਜਾਂ ਲਿਪੀ ਦੀ ਸੁਰੱਖਿਆ ਅਤੇ ਵਿਕਾਸ ਕਰਨ ਦਾ ਅਧਿਕਾਰ ਦਿੰਦੇ ਹਨ। ਭਾਸ਼ਾ ਅਤੇ ਲਿਪੀ ਉਹ ਹੁੰਦੀ ਹੈ ਬੇਟਾ ਜਿਸ ਦੇ ਨਾਲ ਇੱਕ ਭਾਸ਼ਾ ਨੂੰ ਲਿਖਤੀ ਰੂਪ ਦਿੱਤਾ ਜਾਂਦਾ, ਉਸ ਨੂੰ ਲਿਪੀ ਕਿਹਾ ਜਾਂਦਾ ਹੈ। ਅਤੇ ਹਰ ਇੱਕ ਜਿਹੜਾ ਸੰਪਰਦਾਇ ਹੈ, ਹਰ ਇੱਕ ਧਰਮ ਦੇ ਜਿਹੜੇ ਲੋਕ ਨੇ ਉਹ ਆਪਣੇ ਭਾਸ਼ਾ ਨੂੰ ਸੁਰੱਖਿਅਤ ਕਰ ਸਕਦੇ ਹਨ। ਵਿਦਿਅਕ ਅਧਿਕਾਰ ਨਾ, ਵਿਦਿਅਕ ਹਰ ਇੱਕ ਧਰਮ ਦੇ ਲੋਕ ਆਪਣੀ ਭਾਸ਼ਾ ਨੂੰ ਸੁਰੱਖਿਅਤ ਕਰ ਸਕਦੇ ਹਨ, ਆਪਣੀ ਭਾਸ਼ਾ ਦਾ ਪ੍ਰਚਾਰ ਕਰ ਸਕਦੇ ਹਨ। ਸਰਕਾਰੀ ਵਿਦਿਅਕ ਸੰਸਥਾਵਾਂ ਜਾਂ ਰਾਜ ਵੱਲੋਂ ਦਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਵਿੱਚ ਕਿਸੇ ਨੂੰ ਧਰਮ, ਭਾਸ਼ਾ ਜਾਂ ਜਾਤੀ ਦੇ ਆਧਾਰ 'ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਡੇ ਦੇਸ਼ ਦੇ ਹਰ ਇੰਸਟੀਚਿਊਟ 'ਤੇ, ਚਾਹੇ ਉਹ ਕਾਲਜ ਹੈ, ਚਾਹੇ ਉਹ ਸਕੂਲ ਹੈ, ਪ੍ਰਾਇਮਰੀ ਸਕੂਲ ਹੈ, ਹਾਈ ਸਕੂਲ ਹੈ, ਯੂਨੀਵਰਸਿਟੀ ਹੈ, ਵਿਸ਼ਵ ਵਿਦਿਆਲੇ ਹੈ ਜਾਂ ਕਾਲਜ ਹੈ, ਕਿਸੇ ਵੀ ਥਾਂ 'ਤੇ ਕਿਸੇ ਵੀ ਵਿਅਕਤੀ ਨਾਲ ਧਰਮ, ਜਾਤੀ ਜਾਂ ਭਾਸ਼ਾ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਹਰ ਇੱਕ ਥਾਂ 'ਤੇ ਹਰ ਕਿਸੇ ਨੂੰ ਦਾਖਲਾ ਦਿੱਤਾ ਜਾਏਗਾ। ਧਰਮ ਦੇ ਆਧਾਰ 'ਤੇ ਘੱਟ ਗਿਣਤੀਆਂ ਨੂੰ ਆਪਣੀ ਇੱਛਾ ਅਨੁਸਾਰ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਹੈ। ਹਰ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਆਪਣੇ ਧਰਮ ਨਾਲ ਸੰਬੰਧਿਤ ਜਿਹੜੀ ਹੈ ਉਹ ਆਪਣਾ ਵਿਦਿਅਕ ਸੰਸਥਾ, ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੀ ਸਥਾਪਨਾ ਕਰ ਸਕਦਾ ਹੈ। ਅਤੇ ਇਹ ਸੀ ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ ਜਿਹੜੇ ਕਿ ਭਾਰਤੀ ਸੰਵਿਧਾਨ ਦੁਆਰਾ ਘੱਟ ਗਿਣਤੀ ਵਾਲੇ ਲੋਕਾਂ ਨੂੰ ਦਿੱਤੇ ਗਏ ਹਨ, ਤਾਂ ਕਿ ਉਹ ਆਪਣੀ ਭਾਸ਼ਾ ਨੂੰ ਬਚਾ ਸਕਣ, ਆਪਣੀ ਭਾਸ਼ਾ ਲਿਪੀ ਦੀ ਸੁਰੱਖਿਆ ਕਰ ਸਕਣ, ਆਪਣੇ ਧਰਮ ਨੂੰ ਹੋਰ ਵਧਾ ਸਕਣ, ਆਪਣੀ ਸੰਸਥਾ ਦਾ ਨਿਰਮਾਣ ਕਰ ਸਕਣ। ਇਸ ਕਰਕੇ ਉਹਨਾਂ ਨੂੰ ਇਹ ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ ਮਿਲਿਆ ਹੈ, ਸਭ ਨੂੰ ਮਿਲਿਆ ਹੈ। ਅਗਲਾ ਅਧਿਕਾਰ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਬੇਟਾ ਦੇਖੋ, ਸਾਡੇ ਸੰਵਿਧਾਨ ਵਿੱਚ ਸਾਨੂੰ ਅਧਿਕਾਰ ਕਾਫੀ ਮਿਲੇ ਹਨ। ਜੇ ਆਪਾਂ ਸਮਾਨਤਾ ਦਾ ਅਧਿਕਾਰ ਲੈ ਲਈਏ ਤਾਂ ਸਾਨੂੰ ਕੋਈ ਇੱਕ ਸਮਾਨਤਾ ਨਹੀਂ ਮਿਲੀ, ਸਾਨੂੰ ਕਾਫੀ ਸਾਰੀ ਸਮਾਨਤਾਵਾਂ ਮਿਲੀਆਂ ਹਨ ਜਿਹੜੀਆਂ ਕਿ ਤੁਹਾਨੂੰ ਮੈਂ ਦੱਸੀਆਂ ਨੇ, ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਵਿਤਕਰੇ ਦੀ ਮਨਾਹੀ, ਅਵਸਰ ਦੀ ਸਮਾਨਤਾ, ਛੂਤ-ਛਾਤ ਦੀ ਮਨਾਹੀ, ਉਪਾਧੀਆਂ ਜਾਂ ਖਿਤਾਬਾਂ ਦੀ ਸਮਾਪਤੀ। ਜੇ ਆਜ਼ਾਦੀ ਦਾ ਅਧਿਕਾਰ ਲੈ ਲਈਏ ਤਾਂ ਸਾਨੂੰ ਬੜੇ ਤਰ੍ਹਾਂ ਦੀ ਆਜ਼ਾਦੀ ਮਿਲੀ ਹੈ। ਸਾਨੂੰ ਆਪਣਾ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਮਿਲੀ ਹੈ, ਸਾਨੂੰ ਇਕੱਠੇ ਹੋਣ ਦੀ ਆਜ਼ਾਦੀ ਮਿਲੀ ਹੈ, ਸਾਨੂੰ ਸਮੂਹ ਬਣਾਉਣ ਦੀ ਆਜ਼ਾਦੀ ਮਿਲੀ, ਸਾਨੂੰ ਫਿਰਨ ਤੁਰਨ ਦੀ ਆਜ਼ਾਦੀ ਮਿਲੀ, ਸਾਨੂੰ ਆਪਣੀ ਪ੍ਰੋਪਰਟੀ, ਅਸੀਂ ਆਪਣੇ ਨਿਵਾਸ ਸਥਾਨ ਕਿਸੇ ਵੀ ਦੇਸ਼ 'ਚ ਬਣਾਉਣ ਦੀ ਆਜ਼ਾਦੀ ਮਿਲੀ। ਸ਼ੋਸ਼ਣ ਦਾ ਜੇ ਅਧਿਕਾਰ ਲਈਏ ਤਾਂ ਸਾਨੂੰ ਇਹ ਵੀ ਸ਼ੋਸ਼ਣ ਦੇ ਵਿਰੁੱਧ, ਯਾਨੀ ਕਿ ਸਾਡੇ ਤੋਂ ਕੋਈ ਜ਼ਬਰਦਸਤੀ ਕੰਮ ਕਰਾ ਲਏ ਅਤੇ ਸਾਨੂੰ ਕੋਈ ਤਨਖਾਹ ਨਾ ਦੇਵੇ ਜਾਂ ਵੇਤਨ ਨਾ ਦੇਵੇ, ਜਾਂ ਕਿਸੇ ਵੀ ਵਿਅਕਤੀ ਤੋਂ ਬਿਨਾਂ ਵੇਤਨ ਕੰਮ ਕਰਾਇਆ ਜਾਵੇ ਅਤੇ ਉਹ ਵਿਅਕਤੀ ਜਿਹੜਾ ਸ਼ੋਸ਼ਣ ਦੇ ਵਿਰੁੱਧ ਆਵਾਜ਼ ਉਠਾ ਸਕਦਾ ਹੈ, ਸਾਨੂੰ ਇਹ ਵੀ ਅਧਿਕਾਰ ਮਿਲਿਆ। ਸਾਨੂੰ ਧਾਰਮਿਕ ਸੁਤੰਤਰਤਾ ਦਾ ਵੀ ਅਧਿਕਾਰ ਮਿਲਿਆ ਕਿ ਅਸੀਂ ਵੀ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ। ਪੰਜਵਾਂ ਸਾਨੂੰ ਅਧਿਕਾਰ ਮਿਲਿਆ ਵਿਦਿਅਕ ਦਾ। ਅਸੀਂ ਆਪਣੇ ਵਿਦਿਅਕ ਅਦਾਰੇ ਕਿੱਥੇ ਵੀ ਸਥਾਪਿਤ ਕਰ ਸਕਦੇ ਹਾਂ, ਕਿਸੇ ਵੀ ਥਾਂ 'ਤੇ ਸਕੂਲ, ਕਾਲਜ, ਯੂਨੀਵਰਸਿਟੀਆਂ ਦਾ ਨਿਰਮਾਣ ਕਰ ਸਕਦੇ ਹਾਂ, ਚਾਹੇ ਉਹ ਕਿਸੇ ਵੀ ਧਰਮ ਜਾਂ ਭਾਸ਼ਾ ਨਾਲ ਸੰਬੰਧਿਤ ਹੋਣ। ਅਤੇ ਬੇਟਾ ਜਦੋਂ ਸਾਨੂੰ ਇੰਨੇ ਸਾਰੇ ਅਧਿਕਾਰ ਸਾਡੇ ਸੰਵਿਧਾਨ ਵਿੱਚ ਮਿਲੇ ਹਨ
ਤੇ ਕਦੇ-ਕਦੇ ਇੰਝ ਵੀ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਉਸ ਦੇ ਅਧਿਕਾਰ ਦੀ ਵਰਤੋਂ ਕਰਨ ਤੇ ਰੋਕਿਆ ਜਾਵੇ, ਜਾਂ ਉਸ ਵਿਅਕਤੀ ਨੂੰ ਅਧਿਕਾਰ ਦੀ ਵਰਤੋਂ ਕਰਨ ਤੋਂ ਬਾਅਦ ਉਸ ਦਾ ਸ਼ੋਸ਼ਣ ਹੋ ਰਿਹਾ ਹੋਵੇ, ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੋਵੇ, ਜਾਂ ਅਧਿਕਾਰਾਂ ਦੀ ਸੁਰੱਖਿਆ, ਕਿਸੇ ਵਿਅਕਤੀ ਦਾ ਅਧਿਕਾਰ ਜਿਹੜਾ ਸੁਰੱਖਿਅਤ ਨਾ ਹੋਵੇ। ਤੇ ਉਸ ਲਈ ਵੀ ਸਾਡੇ ਸੰਵਿਧਾਨ ਦੇ ਵਿੱਚ ਇੱਕ ਅਧਿਕਾਰ ਬਣਾ ਦਿੱਤਾ ਗਿਆ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਅਧਿਕਾਰ ਇੱਕ ਵਿਸ਼ੇਸ਼ ਅਧਿਕਾਰ ਹੈ ਬੇਟਾ। ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਕੀ ਹੈ? ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਅਧਿਕਾਰ ਪ੍ਰਦਾਨ ਕਰਨੇ ਹੀ ਕਾਫੀ ਨਹੀਂ ਹਨ। ਇਹਨਾਂ ਅਧਿਕਾਰਾਂ ਦਾ ਸਤਿਕਾਰ ਕਰਨਾ ਤੇ ਲਾਗੂ ਕਰਵਾਉਣਾ ਵਧੇਰੇ ਮਹੱਤਵਪੂਰਨ ਹੈ। ਜੇਕਰ ਸਮੇਂ ਦੀ ਸਰਕਾਰ ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕਾਂ ਪਾਸ ਉਹਨਾਂ ਦੇ ਵਿਰੁੱਧ ਕਾਨੂੰਨੀ ਉਪਾਅ ਹੋਣੇ ਚਾਹੀਦੇ ਆ। ਭਾਰਤੀ ਸੰਵਿਧਾਨ ਅਧੀਨ ਨਾਗਰਿਕਾਂ ਦੇ ਅਧਿਕਾਰਾਂ ਦੇ ਵਿਰੁੱਧ ਕੀਤੇ ਰਾਜ ਦੇ ਕਾਰਜਾਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਭਾਰਤੀ ਨਾਗਰਿਕਾਂ ਦੇ ਇਸ ਅਧਿਕਾਰ ਨੂੰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਕਿਹਾ ਗਿਆ ਹੈ। ਮੰਨ ਲਓ ਕਿਸੇ ਵੇਲੇ ਕਦੀ ਸਰਕਾਰ ਕੋਈ ਇਹੋ ਜਿਹੀ ਨੀਤੀ ਦਾ ਨਿਰਮਾਣ ਕਰ ਦਿੰਦੀ ਹੈ ਜੋ ਤੁਹਾਡੇ ਅਧਿਕਾਰਾਂ ਦੇ ਖਿਲਾਫ ਜਾਂਦੀ ਹੈ, ਤਾਂ ਤੁਸੀਂ ਕਾਨੂੰਨੀ ਰੂਪ ਦੇ ਨਾਲ ਉਸ ਦੇ ਵਿਰੁੱਧ ਜਾ ਸਕਦੇ ਹੋ, ਕਾਨੂੰਨ ਦੀ ਲੜਾਈ ਲੜ ਸਕਦੇ ਹੋ ਤੇ ਆਪਣੇ ਅਧਿਕਾਰ ਪ੍ਰਾਪਤ ਕਰ ਸਕਦੇ ਹੋ। ਇਸੇ ਨੂੰ ਸੰਵਿਧਾਨਿਕ ਉਪਚਾਰ ਕਿਹਾ ਗਿਆ ਹੈ ਕਿ ਕੋਈ ਵੀ ਤੁਹਾਡੇ ਅਧਿਕਾਰਾਂ ਨੂੰ ਵਰਤੋਂ ਤੋਂ ਰੋਕ ਨਹੀਂ ਸਕਦਾ। ਜੇ ਬਾਏ ਚਾਂਸ ਸਰਕਾਰ ਇਹੋ ਜਿਹੇ ਕੋਈ ਕਾਨੂੰਨ ਬਣਾਉਂਦੀ ਹੈ, ਜਾਂ ਵਿਅਕਤੀ ਤੁਹਾਡੇ ਕੋਈ ਹੋਰ ਵਿਅਕਤੀ ਕਿਸੇ ਤੁਹਾਡੇ ਅਧਿਕਾਰ ਦੀ ਵਰਤੋਂ 'ਤੇ ਰੋਕ ਲਗਾਉਂਦਾ ਹੈ, ਤਾਂ ਤੁਸੀਂ ਉਹਨੂੰ ਕਾਨੂੰਨੀ ਰੂਪ ਤੋਂ ਚੈਲੰਜ ਕਰ ਸਕਦੇ ਹੋ। ਅਦਾਲਤ ਵਿੱਚ ਜਾ ਕੇ ਉਸਨੂੰ ਚੁਣੌਤੀ ਦੇ ਸਕਦੇ ਹੋ ਤੇ ਆਪਣੇ ਅਧਿਕਾਰਾਂ ਦੀ ਵਰਤੋਂ ਦੇ ਪਿੱਛੇ ਲੜ ਸਕਦੇ ਹੋ ਤੇ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰ ਸਕਦੇ ਹੋ। ਸੰਵਿਧਾਨ ਦੁਆਰਾ ਦਿੱਤੇ ਗਏ ਇਹਨਾਂ ਮੌਲਿਕ ਅਧਿਕਾਰਾਂ ਬਾਰੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹਨਾਂ ਅਧਿਕਾਰਾਂ 'ਤੇ ਸਰਕਾਰ ਨੂੰ ਜੋ ਬੰਦਸ਼ਾਂ ਲਗਾਉਣ ਦਾ ਅਧਿਕਾਰ ਸੌਂਪਿਆ ਹੈ, ਉਸ ਨਾਲ ਇਹਨਾਂ ਦਾ ਮਹੱਤਵ ਘੱਟ ਹੋ ਗਿਆ ਹੈ। ਤੇ ਬੇਟਾ ਇਹ ਸੀ ਸਾਡੇ ਮੁੱਖ ਰੂਪ ਨਾਲ 6 ਅਧਿਕਾਰ, ਜਿਸ ਵਿੱਚ ਅਸੀਂ ਸਮਾਨਤਾ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਅਧਿਕਾਰ, ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ ਤੇ ਆਖਰ 'ਚ ਸਭ ਤੋਂ ਮਹੱਤਵਪੂਰਨ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਸਮਝਿਆ, ਜਿਸ ਦਾ ਮੰਤਵ ਸਾਡੇ ਸਾਰੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਹੁੰਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਰੇ ਮੌਲਿਕ ਅਧਿਕਾਰ ਵਧੀਆ ਤਰ੍ਹਾਂ ਨਾਲ ਸਮਝ ਆ ਗਏ ਹੋਣਗੇ। ਤੇ ਅੱਜ ਦੇ ਇਸ ਲੈਕਚਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਮਿਲਦੇ ਹਾਂ ਅਗਲੇ ਵੀਡੀਓ ਵਿੱਚ, ਜਿਸ ਵਿੱਚ ਅਸੀਂ ਭਾਰਤੀ ਨਾਗਰਿਕਾਂ ਦੇ ਕਰਤੱਵ ਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਰਣਨ ਦੀ ਗੱਲ ਕਰਾਂਗੇ। ਧੰਨਵਾਦ।